सत श्री अकाल जी। वाहिगुरू जी का खालसा, वाहिगुरू जी की फतेह। मैं आस करदा तुसी सारे तंदुरुस्त होवोगे, ठीक ठाक होवोगे, चढ़दी कला च होवोगे। अज रूबरू इस करके होया कुछ गल्लां जिहड़ियां करनियां बड़ियां जरूरी आ। ਇਹ ਵੀਡੀਓ ਜੋ ਕਿ ਤੁਹਾਨੂੰ ਬਹੁਤ ਹੀ ਘੱਟ ਜਗ੍ਹਾ ਵੇਖਣ ਨੂੰ ਮਿਲੇਗੀ ਉਸ ਸਮੇਂ ਦੀ ਦੱਸੀ ਜਾ ਰਹੀ ਹੈ ਜਦੋਂ ਦੀਪ ਕਰੋੜਾਂ ਦੀਆਂ ਸਪੋਰਟਸ ਗੱਡੀਆਂ ਐਸ਼ੋ ਆਰਾਮ ਦੀ ਜ਼ਿੰਦਗੀ ਛੱਡ ਕੇ ਦਿਲ ਵਿੱਚ ਇੱਕ ਜਜ਼ਬਾ ਲੈ ਕੇ ਆਪਣੀ ਇੱਛਾ ਅਨੁਸਾਰ ਅਰਸ਼ੋਂ ਫਰਸ਼ ਤੇ ਆ ਬੈਠਾ ਸੀ, ਜਿਸ ਬਾਰੇ ਵੀ ਉਸਨੇ ਇਸ ਵੀਡੀਓ ਵਿੱਚ ਜ਼ਿਕਰ ਕੀਤਾ ਹੈ। ਕਦੇ ਆਪਣੀ 1-1 ਕਰੋੜ ਦੀ ਸਪੋਰਟਸ ਲਗਜ਼ਰੀ ਕਾਰ ਵਿੱਚ ਇੱਕ ਮੱਖੀ ਦੇ ਵੜ ਜਾਣ ਕਾਰਨ ਬੇਚੈਨ ਹੋਣ ਵਾਲਾ ਦੀਪ ਸਿੱਧੂ ਕਿਸਾਨੀ ਸੰਘਰਸ਼ ਦੌਰਾਨ ਮੱਛਰਾਂ ਵਿੱਚ ਰਾਤਾਂ ਗੁਜ਼ਾਰ ਰਿਹਾ ਸੀ। ਇਸ ਲਈ ਦੀਪ ਸਿੱਧੂ ਨੂੰ ਦਿਲੋਂ ਪਿਆਰ ਕਰਨ ਵਾਲੇ ਸਿਰਫ 20 ਮਿੰਟ ਕੱਢ ਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਵੇਖੋ ਕਿ ਕਿਵੇਂ ਬਾਲੀਵੁੱਡ ਦੇ ਕਈ ਨਾਮੀ ਘਰਾਣਿਆਂ ਲਈ ਕੇਸ ਲੜਨ ਲਈ ਇੱਕ ਕੇਸ ਦਾ ਕਰੋੜ ਰੁਪਈਆ ਲੈਣ ਵਾਲਾ ਬੰਬੇ ਦਾ ਮਸ਼ਹੂਰ ਵਕੀਲ ਦੀਪ ਸਿੱਧੂ ਆਪਣੇ ਪੰਜਾਬੀ ਭਾਈਚਾਰੇ ਦੇ ਲਈ ਕਿਸਾਨੀ ਅੰਦੋਲਨ ਦੌਰਾਨ ਹੇਠਾਂ ਦਰਿਆ ਤੇ ਆ ਬੈਠਾ ਸੀ। ਆਓ ਵੇਖਦੇ ਹਾਂ ਦੀਪ ਸਿੱਧੂ ਦੀਆਂ ਯਾਦਾਂ ਤਾਜ਼ਾ ਕਰਦੀ ਇਹ ਇੱਕ ਬਹੁਤ ਹੀ ਭਾਵੁਕ ਵੀਡੀਓ। ਨਾ ਚਾਹੇ ਸਾਡੇ ਹਿਊਮਨ ਰਿਸੋਰਸਸ ਹੋਣ, ਸਾਡੇ ਬੰਦਿਆਂ ਦਾ ਪ੍ਰਵਾਸ ਹੋ ਰਿਹਾ, ਇਹ ਕਿਉਂ ਸਭ ਕੁਝ ਵਾਪਰ ਰਿਹਾ। ਇੱਕ ਪਾਸੇ ਮੋਦੀ ਸਰਕਾਰ ਕਾਲੇ ਕਾਨੂੰਨ ਬਣਾ ਦਿੰਦੀ ਆ ਤੇ ਅੱਜ ਤੱਕ ਉਦੋਂ ਕਿਸੇ ਹੱਲ ਤੇ ਆਉਣ ਵਾਸਤੇ ਤਿਆਰ ਨਹੀਂ ਆ। ਸਾਡੇ ਬੰਦੇ ਸਰਹੱਦਾਂ ਤੇ ਬੈਠੇ ਆ। ਇਹਦੇ ਲਈ ਤੁਸੀਂ ਇਹ ਵੇਖੋ ਵੀ ਇਹ ਕਿਉਂ ਵਾਪਰ ਰਿਹਾ। ਮੈਂ ਸਮੇਂ ਤੋਂ ਇਹ ਗੱਲ ਕਹਿੰਦਾ ਰਹਿੰਦਾ ਹੁੰਦਾ ਸੀ, ਸਮੇਂ ਤੋਂ ਆਪਾਂ ਇਹ ਗੱਲ ਕੀਤੀ ਆ ਵੀ ਅਸੀਂ ਜਿਹੜੀ ਪੋਲਿਟਿਕਸ ਕਰਨ ਲੱਗ ਗਏ ਜਾਂ ਜਿਹੜਾ ਸੰਘਰਸ਼ ਕਰਨ ਲੱਗ ਗਏ, ਉਹ ਸੰਘਰਸ਼ ਅਸੀਂ ਇਸ਼ੂ ਬੇਸਡ ਕਰਨ ਲੱਗ ਗਏ। ਇਸ਼ੂ ਬੇਸਡ ਦਾ ਮਤਲਬ ਇਹ ਆ, ਇੱਕ ਇਸ਼ੂ ਖੜਾ ਹੋਇਆ ਤੇ ਅਸੀਂ ਉਹਦੇ ਤੇ ਸੰਘਰਸ਼ ਵਿੱਢਤਾ, ਫਿਰ ਕੋਈ ਦੂਜਾ ਇਸ਼ੂ ਖੜਾ ਹੁੰਦਾ ਫਿਰ ਉਹਦੇ ਤੇ ਸੰਘਰਸ਼ ਵਿੱਢ ਦਿੰਦੇ ਆ। ਕੋਈ ਸੰਘਰਸ਼ ਦਾ ਪੋਟੈਂਸ਼ੀਅਲ ਇਸ ਲੈਵਲ ਤੱਕ ਹੁੰਦਾ ਵੀ ਉਹ ਸਾਡਾ ਇਤਿਹਾਸਕ ਬਣ ਜਾਂਦਾ, ਜਿਵੇਂ ਸਾਡਾ ਕਿਸਾਨੀ ਸੰਘਰਸ਼ ਬਣਿਆ। ਕਿਸੇ ਸੰਘਰਸ਼ ਦਾ ਪੋਟੈਂਸ਼ੀਅਲ ਉਸ ਲੈਵਲ ਤੇ ਨਹੀਂ ਆ। ਪੋਟੈਂਸ਼ੀਅਲ ਤੋਂ ਵੀ ਮਤਲਬ ਇਹ ਆ ਵੀ ਲੋਕਾਂ ਨੂੰ ਉਹਦੀ ਹਜੇ ਪੂਰੇ ਮਸਲੇ ਦੀ ਸਮਝ ਨਹੀਂ ਆ ਤੇ ਉਹ ਸੰਘਰਸ਼ ਉਸ ਲੈਵਲ ਤੱਕ ਨਹੀਂ ਜਾਂਦਾ, ਇਸ ਕਰਕੇ ਉਹ ਕਿਤੇ ਰਾਹ 'ਚ ਹੀ ਰੁਲ ਜਾਂਦਾ। ਪਰ ਸਮੇਂ ਤੋਂ ਸੰਘਰਸ਼ ਉੱਠਦੇ ਰਹੇ ਆ, ਸਮੇਂ ਤੋਂ ਅਸੀਂ ਸੰਘਰਸ਼ ਕਰਦੇ ਹਾਂ, ਲਗਾਤਾਰ ਕਰਦੇ ਹਾਂ। ਸਾਨੂੰ ਧਰਨਿਆਂ ਲਈ, ਮੋਰਚਿਆਂ ਲਈ ਜਾਂ ਇਹ ਸੰਘਰਸ਼ਾਂ ਲਈ ਇਹ ਸਿਸਟਮ ਜਿਹੜਾ ਇਹ ਮਜਬੂਰ ਕਰਦਾ। ਸੋ ਅਸੀਂ ਇਸ਼ੂ ਬੇਸਡ ਪੋਲਿਟਿਕਸ ਕਰਦੇ ਹਾਂ। ਜਦੋਂ ਇਸ਼ੂ ਬੇਸਡ ਪੋਲਿਟਿਕਸ ਕਰਦੇ ਹਾਂ ਉਹਦਾ ਨੁਕਸਾਨ ਕੀ ਆ? ਉਹਦਾ ਨੁਕਸਾਨ ਇਹ ਆ ਵੀ ਇਹਦੇ 'ਚ ਸਾਡੀ ਜਿਹੜੀ ਸੰਗਤ ਆ, ਸਾਡੇ ਲੋਕ ਆ, ਉਹਦੀ ਇੰਨੀ ਐਨਰਜੀ ਵੇਸਟ ਹੁੰਦੀ ਆ ਤੇ ਉਹਦੇ ਤੇ ਇੰਨਾ ਜ਼ਿਆਦਾ ਸਾਡੇ ਰਿਸੋਰਸਿਸ ਲੱਗਦੇ ਆ, ਚਾਹੇ ਪੈਸਾ ਲੱਗੇ, ਚਾਹੇ ਸਾਡਾ ਟਾਈਮ ਜਾਵੇ ਉਹਦੇ ਤੇ, ਚਾਹੇ ਸਾਡੇ ਬੰਦੇ ਲੱਗਣ ਉਹਦੇ ਤੇ, ਵੀ ਅਸੀਂ ਅਫੋਰਡ ਹੀ ਨਹੀਂ ਕਰ ਸਕਦੇ। ਅਫੋਰਡ ਕਿਵੇਂ ਕਰਾਂਗੇ? ਅਸੀਂ ਉਨੀ ਚੀਜ਼ ਨੂੰ ਸਾਂਭ ਹੀ ਨਹੀਂ ਸਕਦੇ। ਅਸੀਂ ਕਿਹੜਾ ਕੋਈ ਇੰਡਸਟਰੀਅਲਿਸਟ ਆ, ਕਰੋੜਾਪਤੀ ਆ ਜਾਂ ਪੂੰਜੀਪਤੀ ਆ ਵੀ ਸਾਡੇ ਕੋਲੇ ਬੜਾ ਕੁਛ ਪਿਆ ਘਰੇ ਤੇ ਸਾਨੂੰ ਕੋਈ ਪਰਵਾਹ ਹੀ ਨਹੀਂ ਆ ਵੀ ਚਲੋ ਜੇ 6 ਮਹੀਨੇ ਸਾਲ ਸੰਘਰਸ਼ ਕਰਨਾ ਪੈ ਗਿਆ ਤੇ ਆਪਾਂ ਲੜਾਂਗੇ, ਕੋਈ ਗੱਲ ਨਹੀਂ। ਇੱਥੇ ਤਾਂ ਆਈ ਚਲਾਈ ਚਲਾਉਣ ਵਾਲਾ ਕੰਮ ਆ ਸਾਡਾ। ਹੁਣ ਇੱਕ ਦੀਪ ਸਿੱਧੂ ਇਸੇ ਥਾਂ ਤੇ ਬੈਠ ਕੇ ਬੋਲਣ ਲੱਗਿਆ। ਦੀਪ ਸਿੱਧੂ ਨੇ ਤੁਹਾਡੇ ਨਾਲ ਗੱਲਾਂ ਕੀਤੀਆਂ, ਦੀਪ ਸਿੱਧੂ ਨੇ ਕੁਛ ਇੱਕ ਜਾਗਰੂਕਤਾ, ਕੁਛ ਅਵੇਅਰਨੈਸ ਲਿਆਉਣ ਦੀ ਗੱਲ ਕੀਤੀ, ਪਰ ਕਿਵੇਂ ਬਦਨਾਮ ਕੀਤਾ ਗਿਆ। ਕਿਸ ਤਰ੍ਹਾਂ ਕੋਈ ਵੀ ਨਵਾਂ ਬੰਦਾ ਉੱਠਦਾ ਉਹਨੂੰ ਬਦਨਾਮ ਕਰਦੇ ਆ ਕਿਉਂਕਿ ਉਹ ਸਿਰ ਨਹੀਂ ਚੱਕ ਸਕਦਾ। ਇੱਥੇ ਉਹੀ ਬੰਦੇ ਜਾਂ ਉਹੀ ਜਿਹੜੇ ਆਪਾਂ ਕਹਿ ਲਈਏ ਪੋਲੀਟੀਕਲ ਫੀਲਡ 'ਚ ਜਾਨਵਰ, ਇਹਨਾਂ ਨੂੰ ਮੈਂ ਸੱਚੀ ਇਹ ਕਹਿੰਦਾ ਵੀ ਇਹ ਜਾਨਵਰ ਆ। ਇਹ ਉਹੀ ਕਾਮਯਾਬ ਆ ਜਿਨ੍ਹਾਂ ਦੇ ਦੰਦਾਂ ਤੇ ਨਾ ਇਹਨਾਂ ਨੇ ਚੰਗੀ ਤਰ੍ਹਾਂ ਰੰਦਾ ਫੇਰਿਆ ਹੋਵੇ ਤੇ ਉਹ ਮੁੜ ਕੇ ਦੰਦੀ ਨਾ ਵੱਢ ਸਕਣ ਸਿਸਟਮ ਦੇ। ਉਹ ਤੁਹਾਡੇ ਨਾਲ ਆ ਕੇ ਉਹੀ ਗੱਲ ਕਰਨ ਜੋ ਸਿਸਟਮ ਚਾਹੁੰਦਾ, ਤੁਹਾਨੂੰ ਮੈਨੀਪੂਲੇਟ ਕਰ ਦੇਣ, ਤੁਹਾਨੂੰ ਭਰਮਾਂ 'ਚ ਪਾਈ ਰੱਖਣ। ਤੁਹਾਡੇ ਬੰਦਿਆਂ ਨੂੰ, ਜਿਹੜਾ ਤੁਹਾਡੇ 'ਚ ਖੜਾ ਕੋਈ ਹੁੰਦਾ ਉਹਨੂੰ ਤੁਹਾਡੇ ਕੋਲੇ ਕਿਸੇ ਲੈਵਲ ਤੇ ਕੋਈ ਗਰਾਊਂਡ, ਕੋਈ ਸਪੇਸ ਹੀ ਨਾ ਦੇਣ, ਕੋਈ ਪਲੇਟਫਾਰਮ ਨਾ ਦੇਣ। ਉਹ ਬੰਦਾ ਪੈਦਾ ਕਿਵੇਂ ਹੋ ਗਿਆ? ਉਹ ਸਹੀ ਜਾਂ ਸੱਚ ਦੀ ਗੱਲ ਕਿਵੇਂ ਕਰੀ ਜਾਂਦਾ? ਸੋ ਸਾਨੂੰ ਇਸ਼ੂਜ਼ ਤੇ ਲਾਤਾ। ਆਪਾਂ ਵਾਪਸ ਉਸ ਗੱਲ ਤੇ ਆਈਏ। ਇਸ਼ੂਜ਼ ਤੇ ਐਂ ਲਾਤਾ, ਇੱਕ ਨਵਾਂ ਇਸ਼ੂ ਖੜਾ ਹੁੰਦਾ ਅਸੀਂ ਉਹਦੇ ਤੇ ਸੰਘਰਸ਼ ਵਿੱਢ ਲੈਂਦੇ ਹਾਂ, ਫਿਰ ਦੂਜਾ ਇਸ਼ੂ ਖੜਾ ਹੁੰਦਾ ਅਸੀਂ ਉਹਦੇ ਤੇ ਸੰਘਰਸ਼ ਵਿੱਢ ਲੈਂਦੇ ਹਾਂ। ਮੈਂ ਸਮੇਂ ਤੋਂ ਇਹ ਗੱਲ ਕਰਦਾ ਰਿਹਾ ਵੀ ਜਦੋਂ ਤੱਕ ਅਸੀਂ ਸਾਰੇ ਮਸਲਿਆਂ ਨੂੰ ਟੋਟੈਲਿਟੀ 'ਚ ਕੰਸੀਡਰ ਨਹੀਂ ਕਰਾਂਗੇ, ਅਸੀਂ ਇਕੱਠਾ ਮਸਲਿਆਂ ਨੂੰ ਸਮਝਾਂਗੇ ਨਹੀਂ, ਵਿਚਾਰਾਂਗੇ ਨਹੀਂ, ਸਿਰ ਜੋੜ ਕੇ ਨਹੀਂ ਬੈਠਾਂਗੇ, ਉਦੋਂ ਤੱਕ ਸਾਨੂੰ ਸਮਝ ਹੀ ਨਹੀਂ ਆਉਣੀ ਵੀ ਰੂਟ ਕਾਜ਼ ਇਸ ਸਾਰੀ ਪ੍ਰੋਬਲਮ ਦਾ, ਜਿਹਨੂੰ ਕਹਿੰਦੀ ਆ ਜੜ ਇਸ ਬਿਮਾਰੀ ਦੀ, ਉਹ ਕਿੱਥੇ ਪਈ ਆ। ਅਸੀਂ ਬਿਮਾਰੀ ਨੂੰ ਜਾਂ ਬਿਮਾਰੀ ਦੀ ਜੜ ਨੂੰ ਅੱਜ ਤੱਕ ਨਹੀਂ ਸਮਝਿਆ। ਅਸੀਂ ਉਹਦੇ ਲੱਛਣਾਂ ਨੂੰ ਫੜੀ ਜਾਂਦੇ ਰਹਿੰਦੇ ਹਾਂ ਤੇ ਉਹਦੇ ਤੇ ਸੰਘਰਸ਼ ਵਿੱਢ ਲੈਂਦੇ ਹਾਂ।
ਇਹੀ ਉਦਾਹਰਨ ਸਮੇਂ-ਸਮੇਂ ਤੋਂ ਆਪਾਂ ਦਿੰਦੇ ਆ ਰਹੇ ਹਾਂ ਵੀ ਜੇ ਸਾਡੇ ਸਰੀਰ 'ਚ ਖੂਨ ਖਰਾਬ ਹੋ ਗਿਆ ਸਾਡਾ ਤੇ ਸਾਡੇ ਤੇ ਫੋੜੇ ਹੋ ਗਏ ਸਰੀਰ ਤੇ, ਤੁਸੀਂ ਜਿਵੇਂ ਇੱਕ ਪਾਸੇ ਪਾਣੀਆਂ ਦਾ ਮਸਲਾ, ਇੱਕ ਪਾਸੇ ਭਾਸ਼ਾ ਦਾ ਮਸਲਾ ਹੈ, ਇੱਕ ਪਾਸੇ ਸਾਡੀਆਂ ਜ਼ਮੀਨਾਂ ਦਾ ਮਸਲਾ, ਇਹਦਾ ਫੋੜੇ ਆ। ਸੋ ਖੂਨ ਜੇ ਆਪਾਂ ਨਹੀਂ ਬਦਲਾਂਗੇ ਤੇ ਸਿਰਫ ਫੋੜਿਆਂ ਨੂੰ ਠੀਕ ਕਰਦੇ ਰਹਾਂਗੇ, ਫਿਰ ਮਹੀਨੇ ਕੁ ਬਾਅਦ ਉਸ ਫੋੜੇ ਨੇ ਦੁਬਾਰਾ ਹੋ ਜਾਣਾ, ਫਿਰ ਮੁੜ ਕੇ ਡਾਕਟਰਾਂ ਦੇ ਬੈਠੇ ਰਹੋ, ਦਵਾਈ ਲੈਂਦੇ ਰਹੋ। ਅਸੀਂ ਇਹੀ ਕਰ ਰਹੇ ਹਾਂ। ਸੋ ਕਦੇ ਵੀ ਅਸੀਂ ਸਿਰ ਜੋੜ ਕੇ ਬੈਠ ਕੇ ਟੋਟੈਲਿਟੀ 'ਚ ਮਸਲਿਆਂ ਨੂੰ ਸਮਝਿਆ ਨਹੀਂ। ਅੱਜ ਮੱਤੇਵਾਲ ਜੰਗਲ ਜਿਹੜਾ ਐਕਵਾਇਰ ਹੋ ਰਿਹਾ, ਸਾਡੇ ਦਲਿਤ ਕਿਸਾਨਾਂ ਦੀ ਜ਼ਮੀਨ ਉੱਥੇ ਸਰਕਾਰ ਜਾ ਕੇ ਐਕਵਾਇਰ ਕਰ ਰਹੀ ਹੈ, ਉਹ ਇੱਕ ਤਾਜ਼ਾ ਉਦਾਹਰਨ ਹੈ ਇਸ ਗੱਲ ਦੀ। ਕਿਸਾਨੀ ਸੰਘਰਸ਼ ਵੀ ਉਦਾਹਰਨ ਹੈ ਇਸ ਗੱਲ ਦੀ। ਅੱਜ 3 ਕਾਨੂੰਨ ਵਾਪਸ ਵੀ ਹੋ ਜਾਣ, ਲੋ ਮੈਂ ਗਾਰੰਟੀ ਦਿੰਨਾ ਜੇ ਕੋਈ ਸੁਧਰ ਜੇ ਤਾਂ ਕੁਛ ਨਹੀਂ ਸੁਧਰਨਾ। ਉਹੀ ਖੁਦਕੁਸ਼ੀਆਂ ਤੇ ਕਰਜ਼ੇ ਸਾਡੇ ਤੇ ਪਏ ਆ। ਇਸ ਕਰਕੇ ਇਹ ਗੱਲ ਮੈਂ ਹਮੇਸ਼ਾ ਉਠਾਈ ਸੀ ਵੀ ਸਾਨੂੰ ਪੋਲੀਟੀਕਲ ਸਟਰਕਚਰ ਨੂੰ ਬਦਲਣਾ ਪੈਣਾ। ਸਾਡੇ ਕੋਲੇ ਜਿਹੜਾ ਐਬਸੋਲੂਟ ਪਾਵਰ ਸੈਂਟਰ ਰੱਖੀ ਫਿਰਦੀ ਆ ਨਾ, ਉਹਨੂੰ ਸੰਬੋਧਨ ਕਰਨਾ ਪੈਣਾ। ਪਾਵਰ ਡੈਮੋਕਰਟਾਈਜੇਸ਼ਨ ਹੋਵੇ, ਪਾਵਰ ਵੰਡੀ ਜਾਵੇ। ਅੱਜ ਸਾਡੇ ਸੀਐਮ ਕੋਲੇ ਕੋਈ ਪਾਵਰ ਨਹੀਂ ਆ, ਪੰਜਾਬ ਦੇ ਸੀਐਮ ਕੋਲੇ, ਵੀ ਉਹ ਸੈਂਟਰ ਦੇ ਬਣੇ ਹੋਏ ਕਾਨੂੰਨਾਂ ਨੂੰ ਪੰਜਾਬ 'ਚ ਨੇਗੇਟ ਕਰ ਸਕੇ। ਹਾਲਾਂਕਿ ਜਿਹੜਾ ਐਗਰੀਕਲਚਰ ਆ ਉਹ ਸਟੇਟ ਸਬਜੈਕਟ ਆ, ਪਰ ਤੁਸੀਂ ਵੇਖ ਲਓ ਜੇ ਇਸ ਗੱਲ ਨੂੰ ਅਸੀਂ ਨਹੀਂ ਸਮਝਾਂਗੇ ਤਾਂ ਫਿਰ ਜਿੰਨੇ ਮਰਜ਼ੀ ਸੰਘਰਸ਼ ਕਰ ਲਈਏ, ਜੋ ਮਰਜ਼ੀ ਅਸੀਂ ਆਪਦੇ ਰਿਸੋਰਸਿਸ ਨੂੰ ਲਾ ਕੇ, ਆਪਦੇ ਆਪ ਨੂੰ ਲਾ ਕੇ ਝੋਕਦੇ ਰਹੀਏ ਉਹਦੇ 'ਚ, ਸਿਰਫ ਸਾਡੇ ਕੋਲੇ ਪੱਲੇ ਕੀ ਪੈਣਾ? ਪੱਲੇ ਇਹ ਪੈਣਾ ਵੀ ਇੱਕ ਬੰਦੇ ਨੂੰ ਟਾਰਗੇਟ ਕੀਤਾ ਜਾਣਾ, ਉਹਨੂੰ ਜੇਲ੍ਹਾਂ ਵੀ ਕੱਟਣੀਆਂ ਪੈਣੀਆਂ, ਉਹਦਾ ਕੰਮ ਵੀ ਉਹਦੇ ਤੋਂ ਖੁੱਸ ਜਾਣਾ, ਉਹਦੀ ਜ਼ਿੰਦਗੀ ਵੀ ਸਭ ਕੁਝ ਬਦਲ ਜਾਣੀ ਆ। ਅੱਜ ਜੇ ਮੈਂ ਘਰੇ ਬੈਠਾ ਕਿਸਾਨੀ ਸੰਘਰਸ਼ 'ਚ ਸ਼ੰਭੂ ਮੋਰਚੇ ਤੋਂ ਲੈ ਕੇ ਜਿੰਨਾ ਉੱਥੇ ਰਹੇ, ਜੇਲ੍ਹਾਂ 'ਚ ਰਹੇ, ਅੱਜ ਇਸ ਮੌਕੇ ਤੇ ਬੈਠੇ ਆ, ਪਰ ਇਹ ਰਾਹ ਹੀ ਇਹੋ ਜਿਹਾ, ਉਹ ਵੀ ਵੱਖਰੀ ਗੱਲ ਆ। ਅੱਜ ਇਸ ਮੋੜ ਤੇ ਬੈਠਾ ਵੀ ਮੇਰੇ ਕੋਲੇ ਕੋਈ ਕੰਮ ਨਹੀਂ ਆ, ਮੇਰੇ ਕੋਲੇ ਕੋਈ ਰਿਸ਼ਤਾ ਨਹੀਂ ਆ ਜਿਹੜਾ ਪੁਰਾਣਾ ਰਿਸ਼ਤਾ ਸੀ। ਇਸ ਸ਼ਹਿਰ 'ਚ ਜੇ ਅੱਜ ਮੈਂ ਬੰਬੇ ਬੈਠਾ, ਉਸੇ ਹਾਲ 'ਚ ਬੈਠਾ ਤੇ ਆਪਾਂ ਰੂਬਰੂ ਹੋ ਕੇ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਇੱਥੇ ਮੇਰਾ ਕੋਈ ਉਧਾਰ ਨਹੀਂ ਆ। ਮੈਨੂੰ ਇਹ ਲੱਗਦਾ ਹੀ ਸਭ ਕੁਝ ਬੇਗਾਨਾ। ਕਿਉਂਕਿ ਬੰਦਿਆਂ ਨਾਲ ਹੀ ਤੇ ਆਪਦੇ ਦੋਸਤਾਂ ਯਾਰਾਂ ਮਿੱਤਰਾਂ ਨਾਲ ਹੀ ਤੁਹਾਡੇ ਸ਼ਹਿਰ ਹੁੰਦੇ ਆ। ਤੁਹਾਡਾ ਸਰਕਲ ਜਿਹੜਾ ਉਸ ਸਰਕਲ ਨਾਲ ਹੀ ਉਹ ਥਾਂ ਦੀ ਕੋਈ ਅਹਿਮੀਅਤ ਬਣਦੀ ਹੈ। ਜੇ ਉਹ ਸਰਕਲ ਹੀ ਨਾ ਰਹੇ, ਫਿਰ ਕੰਮ ਨਾ ਰਹੇ ਤੁਹਾਡਾ, ਦੋਵੇਂ ਤੁਹਾਡੇ ਤੋਂ ਖਿੱਚ ਲਏ ਜਾਣ, ਸੋ ਕੁਛ ਨਹੀਂ ਬਚਦਾ ਪਿੱਛੇ। ਐਨੀਵੇਜ਼ ਇਹ ਤਾਂ ਰਾਹ ਹੀ ਇਹੋ ਜਿਹਾ ਵੀ ਇੱਥੇ ਜਿਹੜੇ ਮੇਰੇ ਨਾਲੋਂ ਟੁੱਟੇ ਵੀ ਆ, ਬੜਾ ਮੇਰੇ ਤੇ ਇਹ ਸਵਾਲ ਕਰਦੇ ਆ ਵੀ ਇਕੱਲਾ ਰਹਿ ਗਿਆ ਯਾਰ, ਤੇਰੇ ਨਾਲ ਹੀ ਕੋਈ ਨਹੀਂ ਆ। ਉਹ ਜਿਹੜੇ ਮੇਰੇ ਨਾਲੋਂ ਟੁੱਟੇ ਆ, ਮੈਂ ਤੁਹਾਨੂੰ ਉਹ ਵੀ ਗੱਲ ਦੱਸਦਾ। ਕਿਉਂ? ਜਦੋਂ ਪੰਜਾਬ ਆਏ, ਪੰਜਾਬ ਆ ਕੇ ਉਹਨਾਂ ਸਾਰੇ ਬੰਦਿਆਂ ਨੇ ਇਹ ਸੋਚਿਆ ਵੀ ਕੋਈ ਨਾ ਕੋਈ ਜਾਂ ਤਾਂ ਪੋਲੀਟੀਕਲ ਫਾਇਦਾ ਲੈ ਲਈਏ ਜਾਂ ਕੋਈ ਕਮਰਸ਼ੀਅਲ ਫਾਇਦਾ ਲੈ ਲਈਏ। ਜਦੋਂ ਪੋਲੀਟੀਕਲ ਤੇ ਕਮਰਸ਼ੀਅਲ ਫਾਇਦਾ ਉਹਨਾਂ ਨੂੰ ਨਹੀਂ ਦਿਖਿਆ, ਉਹ ਮੇਰੇ ਵਿਰੋਧੀ ਹੋ ਗਏ ਵੀ ਇਹਨੂੰ ਤਾਂ ਅਸੀਂ ਵਰਤ ਹੀ ਨਹੀਂ ਸਕਦੇ। ਫਿਰ ਗੱਲ ਕੀ ਕਰਦੇ ਆ ਵੀ ਇਹਦੀ ਸਮਝ ਨਹੀਂ ਆ ਰਹੀ। ਸਮਝ ਕਿਵੇਂ ਆਊਗੀ ਬਾਈ ਜੀ? ਇਹ ਰਾਹ ਉਹ ਆ ਜਿੱਥੇ ਹੋ ਸਕਦਾ ਤੁਹਾਡੇ ਪਰਿਵਾਰ ਵਿਛੜ ਜਾਣ, ਹੋ ਸਕਦਾ ਤੁਹਾਡੀ ਜਾਨ ਤੱਕ ਚਲੀ ਜਾਵੇ। ਇਹ ਰਾਹ ਹੀ ਉਹ ਆ। ਇੱਥੇ ਉਹਨਾਂ ਬੰਦਿਆਂ ਨੂੰ ਸਮਝ ਨਹੀਂ ਆ ਸਕਦੀ ਜਿਹੜੇ ਪੋਲੀਟੀਕਲ ਏਜੰਡੇ ਨੂੰ ਲੈ ਕੇ ਐਡਵਾਂਸ ਕਰਨਾ ਚਾਹੁੰਦੇ ਆ, ਜਾਂ ਪੋਲੀਟੀਕਲ ਰਾਜਸੀ ਫਾਇਦਾ ਲੈਣਾ ਚਾਹੁੰਦੇ ਆ, ਜਾਂ ਕੋਈ ਆਰਥਿਕ ਫਾਇਦਾ ਲੈਣਾ ਚਾਹੁੰਦੇ ਆ। ਇਹ ਰਾਹ ਹੀ ਬੜਾ ਵੱਖਰਾ। ਕਿਉਂ? ਰਾਹ ਰੀਸਟਰਕਚਰ ਕਰਨ ਦਾ, ਇੱਕ ਨਵੀਂ ਮੁੜ ਉਸਾਰੀ ਕਰਨ ਦਾ ਰਾਹ। ਫਿਰ ਮੁੜ ਉਸਾਰੀ 'ਚ ਜਿਹੜੇ ਬੰਦੇ ਲੱਗੇ ਹੁੰਦੇ ਆ, ਜਿਹੜੇ ਮੋਢੀ ਹੁੰਦੇ ਆ, ਉਹਨਾਂ ਨੂੰ ਬੜਾ ਕੁਛ ਵਾਰਨਾ ਪੈਂਦਾ। ਸੋ ਅਗਲੀ ਗੱਲ ਜਿਹੜੀ ਆਪਾਂ ਕਰਨੀ ਆ, ਇਸ ਕਰਕੇ ਉਹ ਜਿਹੜੇ ਬੰਦੇ ਨਾਲ ਕਿਤੇ ਤੁਰੇ ਸੀ, ਕਦੇ ਖੜੇ ਸੀ, ਉਹ ਸਮੇਂ-ਸਮੇਂ ਤੋਂ ਝੜਦੇ ਗਏ ਤੇ ਤੁਸੀਂ ਇੱਕ ਇਹੋ ਜਿਹਾ ਮੌਕਾ ਆ ਜਾਂਦੇ ਹੋ ਜਦੋਂ ਫੇਰ ਇਕੱਲੇ ਰਹਿ ਕੇ ਜਾਂ ਇਕੱਲੇ ਬਹਿ ਕੇ ਇਹ ਗੱਲ ਕਰਦੇ ਹੋ ਜੋ ਅੱਜ ਮੈਂ ਤੁਹਾਡੇ ਨਾਲ ਕਰ ਰਿਹਾ। ਪਰ ਇੱਕ ਗੱਲ ਮੈਂ ਤੁਹਾਨੂੰ ਆਪਦੇ ਅੰਦਰੋਂ, ਆਪਦੀ ਰੂਹ ਤੋਂ ਦੱਸਦਾ ਵੀ ਪੰਜਾਬ ਦੇ ਯੂਥ ਤੇ ਮੈਨੂੰ ਮਾਣ ਆ, ਸਾਡੇ ਜਵਾਨਾਂ ਤੇ ਸਾਨੂੰ ਮਾਣ ਆ। ਇਹ ਯੂਥ ਉਸ ਧਰਤੀ ਤੇ ਇਹੋ ਜਿਹਾ ਵੀ ਇਹ ਰਾਤੇ ਰਾਤ ਕੁਝ ਵੀ ਕਰ ਸਕਦਾ। ਜਿੰਨਾ ਮੈਂ ਪੋਟੈਂਸ਼ੀਅਲ ਸਾਡੇ ਯੂਥ 'ਚ ਦੇਖਿਆ, ਜਿੰਨੀ ਮੈਂ ਭਵਿੱਖ ਦੀ ਆਸ ਉਹਨਾਂ 'ਚ ਦੇਖੀ ਆ, ਉਨੀ ਮੈਨੂੰ ਲੱਗਦਾ ਜੇ ਮੈਂ ਕਹਾਂ ਸਾਡੇ ਉੱਥੇ ਕੋਈ ਪੋਲੀਟੀਕਲ ਕਲਾਸ ਦਾ ਲੀਡਰ ਆ ਜਾਂ ਉੱਥੇ ਕੋਈ ਸਮਾਜਿਕ ਬੰਦਾ ਕੰਮ ਕਰ ਰਿਹਾ, ਉਹਨਾਂ 'ਚ ਨਹੀਂ, ਕਿਸੇ 'ਚ ਨਹੀਂ ਆ। ਜਿੰਨਾ ਸਾਡਾ ਯੂਥ ਇਮਾਨਦਾਰ, ਜਜ਼ਬਾ ਤੇ ਉਹਨਾਂ ਦੇ ਅੰਦਰ ਇੱਕ ਉਸ ਅਕਾਲ ਪੁਰਖ ਵਾਹਿਗੁਰੂ ਦੀ ਦਿੱਤੀ ਹੋਈ ਜਿਹੜੀ ਇੱਕ ਦਾਤ ਆ ਵੀ ਉਹ ਰਾਤੇ ਰਾਤ ਨਵਾਂ ਕੁਝ ਬਦਲ ਸਕਦੇ ਆ, ਨਵੇਂ ਉਸਾਰੀ ਕਰ ਸਕਦੇ ਆ, ਉਹ ਮੈਂ ਪੋਟੈਂਸ਼ੀਅਲ ਉਹਨਾਂ 'ਚ ਦੇਖਿਆ। ਅੱਜ ਆਪਾਂ ਫੇਰ ਗੱਲਾਂ ਕਰ ਰਹੇ ਹਾਂ ਸਮੇਂ-ਸਮੇਂ ਤੋਂ
ਬੜੀਆਂ ਗੱਲਾਂ ਆਪਾਂ ਕੀਤੀਆਂ। ਸ਼ੰਭੂ ਮੋਰਚੇ ਤੋਂ ਇੱਕ ਨੈਰੇਟਿਵ ਸਿਰਜ ਰਹੇ ਆ। ਲੜਾਈ ਆ ਜਿਹੜੀ ਇਹ ਲੜਾਈ ਨੈਰੇਟਿਵ ਦੀ ਆ। ਇੱਥੇ ਬੜੀਆਂ ਗਲਤੀਆਂ ਜਿਹੜੀਆਂ ਆਪਾਂ ਉਹ ਕਰਦੇ ਰਹੇ ਆ ਸਮੇਂ ਤੋਂ। ਇਹ ਗੱਲ ਵੀ ਬਹੁਤ ਸਾਡੇ ਬੰਦਿਆਂ ਨੇ ਕੀਤੀਆਂ, ਸਾਰਿਆਂ ਨੇ ਕੀਤੀਆਂ, ਪਰ ਅਸਲ ਗੱਲ ਕੀ ਹੁੰਦੀ ਆ? ਅਸਲ ਗੱਲ ਇਹ ਹੁੰਦੀ ਆ ਵੀ ਅਸੀਂ ਉਹਨਾਂ ਤੋਂ ਸਿੱਖੀਏ ਤੇ ਅੱਗੇ ਵਧੀਏ। ਅੱਜ ਆਪਾਂ ਜਦੋਂ ਤੱਕ ਟੋਟੈਲਿਟੀ 'ਚ ਮਸਲਿਆਂ ਨੂੰ ਬੈਠ ਕੇ ਸੋਚਾਂਗੇ ਨਹੀਂ, ਉਹਨਾਂ ਨੂੰ ਵਿਚਾਰਾਂਗੇ ਨਹੀਂ, ਸਿਰ ਜੋੜ ਕੇ ਨਹੀਂ ਬੈਠਾਂਗੇ, ਉਹਨਾਂ ਦੀ ਪੜਚੋਲ ਨਹੀਂ ਕਰਾਂਗੇ, ਤਾਂ ਫਿਰ ਆ ਇਸ਼ੂ ਬੇਸਡ ਪੋਲਿਟਿਕਸ ਕਰਦੇ ਰਹਾਂਗੇ। ਇੱਕ ਪਾਸੇ ਸਾਡਾ ਕੋਈ ਜਵਾਨ ਕੋਈ ਮਾਰ ਦਿੱਤਾ ਜਾਂਦਾ, ਕਬੱਡੀ ਦਾ ਕੋਚ ਆ ਉਹ ਮਾਰ ਦਿੱਤਾ ਜਾਂਦਾ, ਇੱਕ ਪਾਸੇ ਸਾਡੇ ਭਾਸ਼ਾ ਤੇ ਹਮਲੇ ਹੋ ਜਾਂਦੇ ਆ, ਇੱਕ ਪਾਸੇ ਸਾਡੇ ਤੇ ਕਿਸਾਨੀ ਤੇ ਹਮਲੇ ਹੋ ਜਾਂਦੇ ਆ, ਇੱਕ ਪਾਸੇ ਸਾਡੀਆਂ ਜ਼ਮੀਨਾਂ ਖੋਹਣ ਲੱਗ ਜਾਂਦੇ ਆ, ਇੱਕ ਪਾਸੇ ਸਾਡੇ ਮੱਤੇਵਾਲ ਜੰਗਲ ਇਨਵਾਇਰਨਮੈਂਟ ਦਾ ਇਸ਼ੂ ਖੜਾ ਕਰ ਦਿੰਦੇ ਆ। ਹੁਣ ਉਹਦੀ ਜੇ ਆਪਾਂ ਥੋੜੀ ਜੀ ਗੱਲ ਕਰੀਏ, ਲੋ ਜਵਾਨੋ, ਜਿਹੜੀ ਜਵਾਨੀ ਦੀ ਮੈਂ ਗੱਲ ਕੀਤੀ ਆ, ਜਿਹੜੀਆਂ ਜਾਗਦੀਆਂ ਜ਼ਮੀਰਾਂ, ਤੁਸੀਂ ਤਿਆਰ ਹੋ ਜਾਓ। ਮੱਤੇਵਾਲ ਜੰਗਲ ਤੇ ਆਪਾਂ ਨੂੰ ਸੰਘਰਸ਼ ਵਿੱਢਣਾ ਪੈਣਾ। ਕਿਉਂਕਿ ਸਾਡੀਆਂ ਜ਼ਮੀਨਾਂ ਜਿਹੜੀਆਂ ਖੋਹਣ ਦੀ ਤਿਆਰੀ ਇਹ 2017 'ਚ ਕਰ ਲਈ ਸੀ। ਵੇਖੋ ਕਿਵੇਂ ਕਾਨੂੰਨ ਬਣਦੇ ਆ ਤੇ ਕਦੋਂ ਆ ਕੇ ਇੰਪਲੀਮੈਂਟ ਹੁੰਦੇ ਆ। 2017 'ਚ ਸਾਡੀ ਸਰਕਾਰ, ਜਿਹੜੀ ਪੰਜਾਬ ਸਰਕਾਰ ਆ, ਉਹਨਾਂ ਨੇ ਇਹ ਸੋਧ ਕੀਤੀ ਵੀ ਜਿਹੜੀ ਪੰਚਾਇਤੀ ਜ਼ਮੀਨ ਆ ਨਾ, ਉਹਨੂੰ ਤੁਸੀਂ ਐਕਵਾਇਰ ਕਰ ਸਕਦੇ ਹੋ ਤੇ ਕਾਰਪੋਰੇਟਰਾਂ ਨੂੰ ਵੇਚ ਸਕਦੇ ਹੋ, ਕਿਸੇ ਕਾਰਪੋਰੇਟ ਘਰਾਣਿਆਂ ਨੂੰ ਵੇਚ ਸਕਦੇ ਹੋ। 3 ਤੇ 4 ਸਾਲ ਬਾਅਦ ਉਹ ਜ਼ਮੀਨ ਐਕਵਾਇਰ ਹੁੰਦੀ ਆ ਤੇ ਉਹ ਕਾਰਪੋਰੇਟ ਘਰਾਣਿਆਂ ਨੂੰ ਵੇਚੀ ਜਾਂਦੀ ਆ ਜਾਂ ਵੇਚਣ ਜਾਣ ਦੀ ਤਿਆਰੀ ਕੀਤੀ ਜਾਂਦੀ ਆ। ਕਿਉਂ ਮੈਂ ਤੁਹਾਨੂੰ ਪਹਿਲਾਂ ਹਮੇਸ਼ਾ ਇਹ ਗੱਲ ਕਰਦਾ ਰਹਿੰਦਾ ਹੁੰਦਾ ਸੀ ਵੀ ਜਿਹੜੀ ਵੀ ਕੋਈ ਪਾਲਿਸੀ ਬਣਦੀ ਆ ਨਾ, ਜਿਹੜੀ ਵੀ ਕੋਈ ਨਵੀਂ ਪਾਲਿਸੀ ਬਣਦੀ ਆ, ਉਹ ਕਾਰਪੋਰੇਟ ਆਬਜੈਕਟਿਵ ਵਾਸਤੇ ਬਣਦੀ ਆ। ਉਹਦਾ ਉਦੇਸ਼ ਆ ਜਿਹੜਾ ਉਹ ਵੱਡੀਆਂ ਕੰਪਨੀਆਂ ਨੂੰ, ਵੱਡੇ ਘਰਾਣਿਆਂ ਨੂੰ ਅਕੋਮੋਡੇਟ ਕਰਕੇ ਉਹਨਾਂ ਦਾ ਫਾਇਦਾ ਕਰਵਾਉਣ ਵਾਸਤੇ ਕੀਤਾ ਜਾਂਦਾ। ਉਹਨਾਂ ਦਾ ਫਾਇਦਾ ਹੁੰਦਾ ਤਾਂ ਸਾਡੀ ਪੋਲੀਟੀਕਲ ਕਲਾਸ ਦਾ ਫਾਇਦਾ ਹੁੰਦਾ ਤੇ ਅਫਸਰਸ਼ਾਹੀ ਦਾ ਫਾਇਦਾ ਹੁੰਦਾ। ਸਾਨੂੰ ਇਹ ਸਾਰਾ ਪੋਲੀਟੀਕਲ ਸਿਸਟਮ ਚੇਂਜ ਕਰਨਾ ਪਊਗਾ ਜੇ ਇਹਨਾਂ ਪ੍ਰੋਬਲਮਸ ਤੋਂ ਅਸੀਂ ਖਹਿੜਾ ਛਡਾਉਣਾ। ਜੇ ਅਸੀਂ ਇਸ ਗੱਲ ਨੂੰ ਨਹੀਂ ਸਮਝਿਆ, ਅਸੀਂ ਟੋਟਲ ਪੋਲੀਟੀਕਲ ਸਟਰਕਚਰ ਨੂੰ ਚੇਂਜ ਕਰਨ ਤੇ ਨਹੀਂ ਆਏ, ਤੇ ਤੁਹਾਨੂੰ ਲੱਗਦਾ ਵੀ ਦੀਪ ਸਿੱਧੂ ਅਕਾਲੀ ਦਲ ਜੁਆਇਨ ਕਰ ਜੂਗਾ ਜਾਂ ਕਾਂਗਰਸ ਜੁਆਇਨ ਕਰ ਜੂਗਾ ਜਾਂ ਆਪ ਜੁਆਇਨ ਕਰ ਜੂਗਾ। ਦੀਪ ਸਿੱਧੂ ਇੰਨਾ ਸਸਤਾ ਨਹੀਂ ਵਿਕਦਾ ਕਦੇ, ਨਾ ਹੀ ਵਿਕੇ। ਤੇ ਅਗਲੀ ਗੱਲ, ਇਹਨਾਂ ਬੰਦਿਆਂ ਨੇ ਜਾਂ ਕਿਸੇ ਸੈਂਟਰ ਦੀ ਪਾਰਟੀ ਨੇ, ਬੀਜੇਪੀ ਹੋਵੇ, ਕਾਂਗਰਸ ਹੋਵੇ, ਆਪ ਹੋਵੇ, ਅਕਾਲੀ ਦਲ ਅੱਜ ਦੀ ਜੋ ਸਥਿਤੀ 'ਚ ਆ ਉਹ ਹੋਵੇ, ਇਹਨਾਂ ਨੇ ਸਾਡਾ ਭਲਾ ਕਰ ਦੇਣਾ। ਮੇਰੇ ਤੋਂ ਲਿਖ ਕੇ ਲੈ ਲਓ, ਜੇ ਇਹਨਾਂ ਨੇ ਭਲਾ ਕਰ ਦੇਣਾ। ਉੱਥੋਂ ਦੀ ਰਿਕੁਆਇਰਮੈਂਟ ਹੀ ਇਹ ਬਣ ਚੁੱਕੀ ਆ ਵੀ ਜੇ ਤੁਸੀਂ ਕੋਈ ਮੰਤਰੀ ਬਣਨਾ, CM ਬਣਨਾ, ਤੁਸੀਂ ਕਰਪਟ ਹੋਣਾ ਪਊਗਾ ਤੁਹਾਨੂੰ, ਤੇ ਤੁਸੀਂ ਕਰਪਟ ਹੋਵੋਗੇ। ਜੇ ਅਸੀਂ ਪੋਲੀਟੀਕਲ, ਕਿਉਂਕਿ ਜੇ ਇੱਕ ਕਰਪਟ ਨਹੀਂ ਹੁੰਦਾ ਉਹਦੇ ਪਿੱਛੇ 20 ਹੋਰ ਖੜੇ ਆ। ਉਹਨਾਂ ਨੂੰ ਆਏ ਆ ਯਾਰ, ਕਿਸੇ ਨਾ ਕਿਸੇ ਨੇ ਤੇ ਜਿਹੜਾ ਬਣਦਾ, ਜਿਹੜਾ ਜਾ ਕੇ ਸੈਂਟਰ ਦੀ ਝੋਲੀ 'ਚ ਪੈਂਦਾ, ਉਹਨੂੰ ਆਏ ਆ ਵੀ ਯਾਰ ਮੈਂ ਨਹੀਂ ਬੈਠਾ ਤਾਂ ਕੋਈ ਹੋਰ ਬਹਿ ਜਾਊਗਾ ਤੇ ਇਦੋਂ ਚੰਗਾ ਮੈਂ ਹੀ ਬਹਿ ਜਾ। ਸੋ ਇਹਦਾ ਇੱਕ ਕ੍ਰਾਈਟੀਰੀਆ ਬਣ ਚੁੱਕਿਆ, ਇੱਕ ਕੁਆਲੀਫਿਕੇਸ਼ਨ ਬਣ ਚੁੱਕੀ ਆ। ਤੁਹਾਨੂੰ ਕਰਪਟ ਹੋਣਾ ਪਊਗਾ ਜੇ ਤੁਸੀਂ ਉੱਥੇ ਕੁਝ ਬਣਨਾ। ਤਾਂ ਮੈਂ ਜੇ ਅੱਜ ਪੋਲੀਟੀਕਲ ਸਟਰਕਚਰ ਚੇਂਜ ਕਰਨ ਦੀ ਗੱਲ ਕਰ ਰਿਹਾ, ਉਹ ਇਸੇ ਕਰਕੇ ਕਰ ਰਿਹਾ। ਸਾਨੂੰ ਇਹ ਗੱਲ ਆਈਡੈਂਟੀਫਾਈ ਕਰਨੀ ਪਊਗੀ, ਜੇ ਪੋਲੀਟੀਕਲ ਸਟਰਕਚਰ ਚੇਂਜ ਹੋਊਗਾ ਤਾਂ ਸਾਡਾ ਭਾਸ਼ਾ ਦੇ ਮਸਲੇ ਵੀ ਹੱਲ ਹੋਣਗੇ, ਸਾਡੇ ਪਾਣੀਆਂ ਦੇ ਮਸਲੇ ਵੀ ਹੱਲ ਹੋਣਗੇ, ਸਾਡੇ ਕਿਸਾਨੀ ਦੇ ਮਸਲੇ ਵੀ ਹੱਲ ਹੋਣਗੇ, ਸਾਡੀ ਕਰਪਸ਼ਨ ਦੇ ਮਸਲੇ ਵੀ ਹੱਲ ਹੋਣਗੇ। ਅਦਰਵਾਈਜ਼ ਅਸੀਂ ਲੋਕਾਂ ਨੂੰ ਨਿੰਦੀ ਜਾਂਦੇ ਰਹਿੰਦੇ ਆ, ਸਾਡੇ ਲੋਕਾਂ 'ਚ ਕੋਈ ਕਸੂਰ ਨਹੀਂ ਆ। ਮੈਂ ਲੋਕਾਂ ਨੂੰ ਕਹਿੰਦਾ ਤੁਹਾਨੂੰ ਅਪੋਲੋਜੈਟਿਕ ਹੋਣ ਦੀ ਕੋਈ ਲੋੜ ਨਹੀਂ। ਤੁਸੀਂ ਕਿਸੇ ਇਸ ਮੌਕੇ ਤੇ ਆ ਕੇ ਇਹ ਸੋਚੋ ਵੀ ਨਹੀਂ ਸਾਡਾ ਹੀ ਕਸੂਰ ਆ, ਸਾਡੀ ਗਲਤੀ ਆ। ਨਹੀਂ, ਤੁਹਾਡੀ ਗਲਤੀ ਨਹੀਂ ਆ, ਸਾਡੇ ਸਿਸਟਮ ਦੀ ਗਲਤੀ ਆ, ਉਹਨਾਂ ਪਾਲਿਸੀਜ਼ ਦੀ ਗਲਤੀ ਆ, ਉਹਨਾਂ ਲੀਡਰਾਂ ਦੀ ਗਲਤੀ ਆ ਜਿਹੜੇ ਸੈਂਟਰ ਦੀ ਝੋਲੀ 'ਚ ਜਾ ਕੇ ਬਹਿੰਦੇ ਆ। ਸਾਨੂੰ ਇੱਕ ਗੱਲ ਸਮਝਣੀ ਪਊਗੀ, ਉਹ ਮਮਤਾ ਬੈਨਰਜੀ ਨੇ ਬੰਗਾਲ 'ਚ ਕੱਲੀ ਨੇ ਦਿਖਾਤਾ ਨਾ ਵੀ ਕਿਵੇਂ ਪੋਲੀਟੀਕਲ ਸਟਰਕਚਰ ਚੇਂਜ ਕਰਨਾ ਪੈਂਦਾ ਹੁੰਦਾ, ਕਿਵੇਂ ਸੈਂਟਰ ਨੂੰ ਤੁਸੀਂ ਟੱਕਰ ਦੇ ਸਕਦੇ ਹੋ, ਕੱਲੀ ਖੜ ਗਈ। ਸੋ ਰੀਜਨਲ ਪੋਲਿਟਿਕਸ ਦਾ ਜਿਹੜਾ ਪੰਜਾਬ ਤੋਂ ਚੱਲਣ ਵਾਲੀ ਜਿਹੜੀ ਆਪਾਂ ਹਮੇਸ਼ਾ ਗੱਲ ਕਰਦੇ ਰਹੇ ਹਾਂ, ਸਾਨੂੰ ਇੱਕ ਖੇਤਰੀ ਪਾਰਟੀ ਤੇ ਖੇਤਰੀ ਪੋਲਿਟਿਕਸ ਦੀ ਪੰਜਾਬ ਨੂੰ ਬਹੁਤ ਜ਼ਰੂਰਤ ਆ। ਕਿਸੇ ਕੇਜਰੀਵਾਲ ਆਵਾਜ਼ ਤੇ ਨਾ ਭੇਜਿਓ, ਕਿਸੇ ਹੋਰ ਪਾਰਟੀ ਤੇ ਨਾ ਭੇਜਿਓ ਜਿਹੜੀਆਂ ਦਿੱਲੀ ਤੋਂ ਚੱਲਦੀਆਂ। ਅੱਜ ਸਾਡੇ ਕੋਲੇ ਜਿਹੜਾ ਇਸ਼ੂ ਬਣਿਆ ਹੋਇਆ ਹੁਣ ਮੱਤੇਵਾਲ ਜੰਗਲ ਦਾ, ਇਹਦੇ ਤੇ ਸੰਘਰਸ਼ ਵਿੱਢਣਾ ਪਊਗਾ। ਦੇਖੋ ਤੁਸੀਂ 20 ਲੱਖ ਰੁਪਈਆਂ 'ਚ ਸਾਡੀਆਂ ਜ਼ਮੀਨਾਂ ਜਿਹੜੀਆਂ ਕਿਸਾਨਾਂ ਦੀਆਂ ਉਹ ਐਕਵਾਇਰ ਕਰਨਗੇ, ਉਹਨੂੰ 2-2 ਕਰੋੜ 'ਚ ਵੇਚਣਗੇ। ਇਹਦੇ 'ਚ ਪੋਲੀਟੀਕਲ ਕਲਾਸ ਦਾ ਤੇ ਅਫਸਰਸ਼ਾਹੀ ਦਾ ਫਾਇਦਾ ਹੋਣਾ। ਪੈਸੇ ਉਹਨਾਂ ਨੇ ਖਾਣੇ ਆ, ਮੁੜ ਕੇ ਉਹਨਾਂ ਨੇ ਇਸ ਜੰਗਲ ਨੂੰ ਬਰਬਾਦ ਕਰਕੇ, ਜਿਹੜਾ ਸਤਲੁਜ ਦਰਿਆ ਦੇ ਕਿਨਾਰੇ ਤੇ ਆ। ਪਹਿਲਾਂ ਦੇਖੋ ਕਿਸੇ ਟਾਈਮ, ਅੱਜ ਤੋਂ 40-50 ਸਾਲ ਪਹਿਲਾਂ, ਬੁੱਢਾ ਨਾਲਾ ਜਿਹੜਾ ਅੱਜ ਲੁਧਿਆਣੇ ਦਾ ਬੁੱਢਾ ਨਾਲਾ ਜਿਹਨੂੰ ਕਹਿੰਦੇ ਆ, ਬੁੱਢਾ ਦਰਿਆ ਹੁੰਦਾ ਸੀ, ਲੋਕ ਪਾਣੀ ਪੀਂਦੇ ਸੀ ਇਹ ਤੋਂ। ਅੱਜ
ਤੁਸੀਂ ਪਾਣੀ ਪੀਣ ਦੀ ਤਾਂ ਗੱਲ ਉਹਦੇ ਨਹੀਂ, ਝਾਕ ਕੇ ਦਿਖਾ ਦਿਓ ਉਹ ਐਡਾ ਜ਼ਿਆਦਾ ਕਾਲਾ ਤੇ ਗੰਧਲਾ ਪਾਣੀ ਆ ਉਹਦਾ, ਤੇ ਉਹ ਸਤਲੁਜ ਦਰਿਆ 'ਚ ਜਾ ਕੇ ਸਤਲੁਜ ਦਰਿਆ 'ਚ ਐਵੇਂ ਜਿਵੇਂ ਉਹਨੂੰ ਪਾ ਦਿੰਦੇ ਆ। ਹੁਣ ਇੱਥੋਂ ਪਤਾ ਨਹੀਂ ਕਿੰਨੇ ਕਨਾਲੇ, ਕਿੰਨੀ ਕੁ ਇੰਡਸਟਰੀ ਦੀ ਵੇਸਟ ਇਹਨਾਂ ਨੇ ਸਾਡੇ ਦਰਿਆਵਾਂ 'ਚ ਪਾਉਣੀ ਆ, ਉਹਨਾਂ ਪਾਣੀਆਂ 'ਚ ਪਾਉਣੀ ਆ। ਪਹਿਲਾਂ ਹੀ ਅਸੀਂ ਤਾਂ ਸਾਡਾ ਗਰਾਊਂਡ ਵਾਟਰ ਆ ਜਿਹੜਾ ਉਹ 700-900 ਫੁੱਟ ਤੇ ਫਿਰਦਾ। ਸਾਡੇ ਜਿਹੜਾ ਪਾਣੀ ਆ ਉਹਦੇ 'ਚ ਧਾਤੂ ਜਿਹਨੂੰ ਮੈਟਲ ਕਹਿੰਦੇ ਆ ਉਹ ਨਿਕਲਦੀ ਆ, ਉਹਦੇ 'ਚ ਉਹ ਜਿਹੜੀਆਂ ਗੱਲਾਂ ਜਾਂ ਪੋਲਿਊਸ਼ਨ ਜਾਂ ਕੰਟੈਮੀਨੇਸ਼ਨ ਉਹਦੀ ਹੋ ਗਈ, ਜਿਹਦੇ ਨਾਲ ਕੈਂਸਰ ਹੁੰਦੇ ਆ, ਚਮੜੀ ਦੀਆਂ ਬਿਮਾਰੀਆਂ ਹੁੰਦੀਆਂ। এনवायरमेंट ਦਾ ਕੀ ਹਾਲ ਆ? ਸਾਡੇ ਤਾਂ ਰਿਸੋਰਸਸ ਲੁੱਟਣ ਤੇ ਹੋ ਗਏ। ਸੋ ਰਿਸੋਰਸਸ ਕੌਣ ਲੁੱਟਦਾ ਹੁੰਦਾ? ਜਿਹੜੇ ਵਿਦੇਸ਼ੀ ਧਰਤੀਆਂ ਤੋਂ ਆ ਕੇ ਸਾਡੇ ਤੇ ਜਿਨ੍ਹਾਂ ਨੇ ਰਾਜ ਕੀਤਾ ਨਾ, ਜਦੋਂ ਅੰਗਰੇਜ਼ ਇੱਥੇ ਰਾਜ ਕਰਦੇ ਸੀ, ਉਹਨਾਂ ਨੂੰ ਐਂ ਲੱਗਦਾ ਸੀ ਵੀ ਸਾਨੂੰ ਇਸ ਧਰਤੀ ਨਾਲ, ਇੱਥੋਂ ਦੇ ਲੋਕਾਂ ਨਾਲ ਕੋਈ ਇਮੋਸ਼ਨਲ ਅਟੈਚਮੈਂਟ ਨਹੀਂ ਹੈ, ਇਹਨਾਂ ਨੂੰ ਲੁੱਟ ਲਓ। ਤੇ ਸਾਡੇ ਆਪਦੇ ਬੰਦੇ ਹੀ ਐਂ ਕਰਨ ਲੱਗ ਗਏ ਯਾਰ, ਫਿਰ ਸਾਡੇ ਬੰਦੇ ਕਿੱਥੋਂ ਰਹਿ ਗਏ ਉਹ? ਸੋ ਇਸ ਕਰਕੇ ਮੈਂ ਜਿਹੜੀਆਂ ਅੱਜ ਗੱਲਾਂ ਕਰ ਰਹੀਆਂ, ਇਸ ਕਰਕੇ ਗੱਲਾਂ ਕਰ ਰਿਹਾ ਤੁਹਾਡੇ ਨਾਲ, ਕਿਉਂਕਿ ਜੇ ਸਾਡੀਆਂ ਜ਼ਮੀਨਾਂ ਐਂ ਖੋਣ ਲੱਗ ਗਏ, ਸਾਡੇ ਪੱਲੇ ਕੁਛ ਨਹੀਂ ਰਹਿਣਾ। ਸਾਡੀ ਪੰਚਾਇਤੀ ਜ਼ਮੀਨ ਨੂੰ ਇਹਨਾਂ ਨੇ ਸਾਡੇ ਤੋਂ ਖੋਹਣ ਦਾ ਕਾਨੂੰਨ ਬਣਾ ਲਿਆ। ਹੁਣ ਜੇ ਪਿੰਡ ਕੋਲੇ ਪੰਚਾਇਤੀ ਜ਼ਮੀਨ ਹੀ ਨਹੀਂ ਆ ਤਾਂ ਉਹ ਪਿੰਡ ਕਾਹਦਾ? ਪਿੰਡ ਤਾਂ ਵੱਸਦਾ ਹੀ ਆਪਦੀ ਪੰਚਾਇਤੀ ਜ਼ਮੀਨ ਤੇ ਆ ਨਾ, ਆਪਣੀ ਪੰਚਾਇਤਾਂ ਚੱਲਦੀਆਂ ਹੀ ਉੱਥੋਂ ਆ। ਸੋ ਇਸ ਕਰਕੇ ਸਾਡੇ ਪਿੰਡ ਖੋਰ ਦੇਣਗੇ, ਸਾਡੀ ਹੋਂਦ ਖੋਰ ਦੇਣਗੇ। ਮੇਰੇ ਤੋਂ ਨਹੀਂ ਰਿਹਾ ਜਾਂਦਾ। ਮੈਨੂੰ ਬੜਾ ਕਿਹਾ ਵੀ ਚੁੱਪ ਕਰਕੇ ਬਹਿ ਜਾ। ਸਾਡਾ ਕਿਸਾਨੀ ਸੰਘਰਸ਼ ਜਿੱਥੇ ਅੱਜ ਫਿਰਦਾ, ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਉਹ ਸੰਘਰਸ਼ ਕਿੱਡਾ ਵੱਡਾ ਉਹਦਾ ਦਾਇਰਾ ਸੀ, ਕਿੰਨੀਆਂ ਉਹਦੇ 'ਚ ਰੂਹਾਂ ਜੁੜੀਆਂ ਸੀ, ਜਥੇਬੰਦੀਆਂ ਜੁੜੀਆਂ ਸੀ, ਕਿੰਨੇ ਤਰ੍ਹਾਂ ਦੀਆਂ ਵਿਚਾਰਧਾਰਾਵਾਂ ਇਕੱਠੇ ਹੋ ਕੇ ਇੱਕ ਕਿਸਾਨੀ ਸੰਘਰਸ਼ ਵਿੱਢਿਆ ਸੀ। ਪਰ ਉਸ ਸੰਘਰਸ਼ ਦਾ ਕਰ ਕੀ ਦਿੱਤਾ? ਆ ਚੰਡੀਗੜ੍ਹ ਵੇਖੋ, 26 ਤਰੀਕ ਨੂੰ ਜਾ ਕੇ ਇਹ ਮੰਗ ਪੱਤਰ ਦੇਣ ਗਏ, ਬੈਰੀਕੇਡ ਵੀ ਇਹਨਾਂ ਨੇ ਤੋੜੇ। ਉੱਥੇ ਨਿਸ਼ਾਨ ਸਾਹਿਬ ਨਹੀਂ ਦਿਖੇ, ਉੱਥੇ ਉਹ ਲਾਲ ਝੰਡੇ ਦਿਖੇ ਜਾਂ ਉਹ ਕਿਸਾਨੀ ਦੇ ਝੰਡੇ ਦਿਖੇ। ਕਿਉਂ ਬਈ? ਨਿਸ਼ਾਨ ਸਾਹਿਬ ਨੇ ਅੱਜ ਤੱਕ ਜਦੋਂ ਦਿੱਤਾ ਕਿਸੇ ਨੂੰ, ਉਹ ਪਨਾਹ ਹੀ ਦਿੱਤੀ ਆ। ਕਦੇ ਅੱਜ ਤੱਕ ਨਿਸ਼ਾਨ ਸਾਹਿਬ ਦੇ ਅਧੀਨ ਕੋਈ ਜ਼ੁਲਮ ਹੋਇਆ ਹੋਵੇ ਤਾਂ ਸਾਨੂੰ ਦੱਸ ਦਿਓ। ਅੱਜ ਤੱਕ ਕਿਤੇ ਲੰਗਰ ਲੱਗਦੇ ਆ, ਨਿਸ਼ਾਨ ਸਾਹਿਬ ਦੇ ਅਧੀਨ ਲੱਗਦੇ ਆ। ਕਿਤੇ ਕੀ ਹਿਊਮਨ ਰਾਈਟਸ ਦੀ ਗੱਲ ਹੁੰਦੀ ਆ, ਕਿਤੇ ਮਨੁੱਖੀ ਅਧਿਕਾਰਾਂ ਦੀ ਗੱਲ ਹੁੰਦੀ ਆ, ਨਿਸ਼ਾਨ ਸਾਹਿਬ ਦੇ ਹੇਠਾਂ ਹੁੰਦੀ ਆ। ਕਿਤੇ ਸੋਕਾ ਆ ਜੇ, ਕਿਤੇ ਹੜ੍ਹ ਆ ਜਾਣ, ਕਿਤੇ ਅਰਥਕੁਏਕ ਆ ਜੇ, ਇਹ ਨਿਸ਼ਾਨ ਸਾਹਿਬ ਵਾਲੇ ਉੱਥੇ ਖੜੇ ਹੁੰਦੇ ਆ। ਤੇ ਤੁਸੀਂ ਕਿਸਾਨੀ ਸੰਘਰਸ਼ ਤੋਂ ਉਹ ਪਾਸੇ ਕਰਤੇ। ਤੁਹਾਡਾ ਲਾਲ ਝੰਡਾ ਤਾਂ ਬਹੁਤ ਥਾਵਾਂ ਤੇ ਬੈਨ ਆ ਬਈ, ਇਹ ਤਾਂ ਬੜੇ ਦੇਸ਼ਾਂ 'ਚ ਬੈਨ ਆ, ਤੇ ਸਾਨੂੰ ਸਭ ਨੂੰ ਪਤਾ ਕਿਉਂ ਬੈਨ ਆ। ਇਹਨਾਂ ਨੇ ਕੀ ਕੀ ਜ਼ੁਲਮ ਕੀਤੇ ਆ। ਉਹ ਲਾਲ ਝੰਡਾ ਆ ਚੱਕ ਕੇ ਤੁਸੀਂ ਫਿਰਦੇ ਹੋ ਤੇ ਨਿਸ਼ਾਨ ਸਾਹਿਬ ਦੀ ਕੋਈ ਜਗ੍ਹਾ ਨਹੀਂ। ਇਹੀ ਨਿਸ਼ਾਨ ਸਾਹਿਬ ਲਾਲ ਕਿਲੇ ਤੋਂ ਜਦੋਂ ਸੰਗਤ ਨੇ ਜਾ ਕੇ ਉੱਥੇ ਕਿਉਂ ਉਹ ਜਜ਼ਬਾਤ ਸਾਹਮਣੇ ਆਏ ਸੀ? ਕਿਉਂਕਿ ਉਸੇ ਲਾਲ ਕਿਲੇ ਤੋਂ ਔਰੰਗਜ਼ੇਬ ਨੇ ਜਿਹੜਾ ਫਰਮਾਨ ਜਾਰੀ ਕੀਤਾ ਸੀ ਗੁਰੂ ਤੇਗ ਬਹਾਦਰ ਸਾਹਿਬ ਲਈ, ਉਸੇ ਲਾਲ ਕਿਲੇ ਤੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਾ ਫਰਮਾਨ ਜਾਰੀ ਕੀਤਾ ਸੀ। ਤੇ ਉਸੇ ਲਾਲ ਕਿਲੇ ਤੇ ਫਿਰ ਜਾ ਕੇ ਨਿਸ਼ਾਨ ਸਾਹਿਬ ਝੂਲਦਾ। ਕਿਉਂ? ਕੁਦਰਤ ਵੀ ਕੁਛ ਖੇਡਦੀ ਆ ਬਾਈ ਜੀ। ਅੱਜ ਕਿਤੇ ਨਹੀਂ ਆ ਔਰੰਗਜ਼ੇਬ, ਪਰ ਸਾਡਾ ਗੁਰੂ ਅੱਜ ਵੀ ਪ੍ਰਤਾਖਾ, ਸਾਡਾ ਗੁਰੂ ਅੱਜ ਵੀ ਬਿਰਾਜਮਾਨ ਆ, ਸਾਡਾ ਗੁਰੂ ਤੇ ਉਹ ਨਿਸ਼ਾਨ ਉਹਦੇ ਅੱਜ ਵੀ ਝੂਲਦੇ ਆ। ਸੋ ਮੈਨੂੰ ਤੁਸੀਂ ਜਿੰਨਾ ਮਰਜ਼ੀ ਨਿੰਦ ਲਓ, ਆ ਜਿਹੜੇ ਤਿੜਫਿੜ ਜੀ ਕਰੀ ਜਾਂਦੇ ਸੀ, ਆ ਪਿਛਲੇ ਕੁਝ ਦਿਨਾਂ ਦੇ ਨਹੀਂ ਦਿਖੇ, ਅੱਜ ਮੈਂ ਫੇਰ ਆ ਗਿਆ ਲਾਈਵ। ਹੁਣ ਉਹ ਤਿੜਫਿੜ ਵਾਲੇ ਵੀ ਆ ਜਾਣਗੇ, ਮੈਂ ਤੁਹਾਨੂੰ ਇਹ ਵੀ ਗੱਲ ਦੱਸਤੀ। ਪਰ ਉਹਨਾਂ ਦੀ ਤਿੜਫਿੜ ਦਾ ਕੋਈ ਅਸਰ ਨਹੀਂ ਹੋਣਾ ਮੇਰੇ ਤੇ। ਉਹ ਤਿੜਫਿੜ ਜੀ ਕਰਕੇ ਬੰਦ ਹੋ ਜਾਣਗੇ, ਜਾਂ ਫਿਰ ਉਹਨਾਂ ਨੂੰ ਮੈਂ ਆਪਦੀ ਆਈ ਤੇ ਆ ਗਿਆ ਤਾਂ ਆਉਣ ਵਾਲੇ ਸਮੇਂ ਤੇ ਮੈਂ ਹੀ ਬੰਦ ਕਰਾ ਦੂੰਗਾ। ਕਿਉਂਕਿ ਇਹ ਕਰ ਕੀ ਰਹੇ ਆ? ਇਹ ਦੀਪ ਸਿੱਧੂ ਦੇ ਖਿਲਾਫ ਨਹੀਂ ਰਚ ਰਹੇ ਕੁਛ, ਇਹ ਆਪਦੀ ਪੂਰੀ ਬ੍ਰਿਗੇਡ ਹੀ ਲਾ ਦਿੰਦੇ ਆ। ਉਹ ਜਿਹੜੇ 2-3-4 ਦੁੱਖੀ ਤਿੱਖੀ ਦੇ ਬੰਦੇ ਆ, ਉਹਨਾਂ ਨੂੰ ਲਾ ਦਿੰਦੇ ਆ ਇਹ ਵੀ ਬੋਲੋ ਤੁਸੀਂ ਜਾ ਕੇ ਚੈਨਲਾਂ ਤੇ। ਇਹ ਪੰਜਾਬ ਦਾ ਨੁਕਸਾਨ ਕਰ ਰਹੇ ਆ। ਇਹ ਹਰ ਉਸ ਉੱਠਣ ਵਾਲੇ ਸਿਰ ਨੂੰ ਦੱਬ ਰਹੇ ਆ ਜਿਹੜਾ ਸੱਚ ਤੇ ਹੱਕ ਦੀ ਗੱਲ ਕਰਦਾ। ਸੋ ਮੇਰੀ ਜਿਹੜੀ ਕੋਈ ਵੀ ਅੱਜ ਜੇ ਆਪਾਂ ਬੈਠੀਆਂ ਗੱਲਾਂ ਕਰ ਰਹੇ ਆ, ਮੇਰੀ ਕੋਈ ਵੀ ਐਕਟ ਜਾਂ ਕੋਈ ਵੀ ਇਹੋ ਜਿਹੀ ਗੱਲ ਜਿਹੜੀ ਸੈਂਟਰ ਸਰਕਾਰ ਦੇ ਜਾਂ ਕਿਸੇ ਵੀ ਸਰਕਾਰ ਦੇ ਜਾਂ ਪੋਲੀਟੀਕਲ ਕਲਾਸ ਦੇ ਹੱਕ 'ਚ ਭੁਗਤਦੀ ਹੋਵੇ, ਮੈਨੂੰ ਭਾਲਿਓ ਤੁਸੀਂ। ਤੁਹਾਡੇ ਲਈ ਹੱਕ ਸੱਚ ਲਈ ਆਇਆ। ਉੱਥੇ ਹੁਣ ਵਿਚਰਾਂਗੇ ਵੀ, ਸੰਘਰਸ਼ ਵੀ ਕਰਾਂਗੇ, ਮੱਤੇਵਾਲ ਜੰਗਲ ਤੇ ਵੀ ਸੰਘਰਸ਼ ਕਰਾਂਗੇ ਤੇ ਕਿਸਾਨੀ ਸੰਘਰਸ਼ ਵੀ ਕਰਾਂਗੇ। ਹੁਣ ਜਿਹੜੇ ਆ ਤਿੜਫਿੜ ਕਰਨ ਵਾਲੇ ਆ ਤੇ ਜਿਹੜੇ ਇਹ ਸੋਚਦੇ ਆ ਵੀ ਦੀਪ ਸਿੱਧੂ ਪਾਸੇ ਹੋ ਗਿਆ, ਇਹ ਤਿਆਰ ਹੋ ਜਾਣ, ਆਪਦੀ ਤਿਆਰੀ ਵੱਟ ਲੈਣ। ਇਹਨਾਂ ਨੂੰ ਵਾਹ ਨਹੀਂ ਪਾਉਣਾ ਪਊਗਾ, ਅਦਰਵਾਈਜ਼ ਗੱਲ ਨਹੀਂ ਬਣਨੀ। ਮੇਰੇ ਵੱਲੋਂ ਚਲੋ ਮੈਂ ਫੇਰ ਜਜ਼ਬਾਤਾਂ 'ਚ ਗੱਲਾਂ ਕਰ ਲੈਣਾ, ਕਿਉਂਕਿ
ਜੇ ਸੱਚ ਆ ਤਾਂ ਜਜ਼ਬਾਤ ਨਿਕਲਣਗੇ ਹੀ ਨਿਕਲਣਗੇ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਸਦੇ ਰਹੋ। ਰੱਬ ਤੁਹਾਨੂੰ ਤੰਦਰੁਸਤੀਆਂ ਬਖਸ਼ੇ, ਚੜ੍ਹਦੀ ਕਲਾ 'ਚ ਰੱਖੇ। ਅਸੀਸਾਂ ਤੇ ਦੁਆਵਾਂ ਮੇਰੇ ਵੱਲੋਂ ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇਕਰ ਤੁਸੀਂ ਦੀਪ ਸਿੱਧੂ ਨੂੰ ਦਿਲੋਂ ਪਿਆਰ ਕਰਦੇ ਹੋਏ ਇਹ ਵੀਡੀਓ ਪੂਰੀ ਵੇਖ ਲਈ ਹੈ ਤਾਂ ਇਸ ਵੀਡੀਓ ਨੂੰ ਲਾਈਕ ਦੱਬ ਕੇ ਹੇਠਾਂ ਕਮੈਂਟ ਬਾਕਸ ਵਿੱਚ ਦੀਪ ਸਿੱਧੂ ਲਈ ਪਿਆਰ ਰੂਪੀ 2 ਬੋਲ ਜ਼ਰੂਰ ਲਿਖੋ ਤੇ ਦੀਪ ਸਿੱਧੂ ਦੀ ਇਸ ਖਾਸ ਯਾਦਗਾਰੀ ਵੀਡੀਓ ਦਾ ਲਿੰਕ ਵੱਧ ਤੋਂ ਵੱਧ ਅੱਗੇ ਸ਼ੇਅਰ ਜ਼ਰੂਰ ਕਰ ਦਿਓ। ਦੇਸ਼ ਦੁਨੀਆ ਦੇ ਹਰ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਦਬਾ ਦਿਓ ਬੈਲ ਦਾ ਨਿਸ਼ਾਨ। ਬਿਊਰੋ ਨਿਊਜ਼, AB ਨਿਊਜ਼, ਕੈਨੇਡਾ। ਮਿਹਨਤ ਮੇਰੀ ਰਹਿਮਤ ਖੁਦਾ ਦੀ। ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਿਰ ਮੌਲਾਨਾ ਅਬਦੁਲ ਜੀ 76967 96275। ਚਮਤਕਾਰ ਹੁੰਦੇ ਦੇਖੋ ਆਪਣੀਆਂ ਅੱਖਾਂ ਸਾਹਮਣੇ। 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ। ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਵਿਦੇਸ਼ 'ਚ ਪੱਕਾ ਹੋਣਾ, ਜਾਦੂ ਟੋਣੇ ਤੇ ਕੀਤਾ ਕਿਰਾਇਆ ਦਾ ਖਾਤਮਾ, ਗੁਪਤ ਵਸ਼ੀਕਰਨ ਕਰਾਓ, ਮਨ ਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਸ਼ 'ਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੁੱਟੋ ਮੈਕਸ, ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ। ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਸੰਪਰਕ ਕਰੋ 76967 96275। ਮਿਹਨਤ ਮੇਰੀ ਰਹਿਮਤ ਖੁਦਾ ਦੀ। ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਿਰ ਮੌਲਾਨਾ ਅਬਦੁਲ ਜੀ 76967 96275। ਚਮਤਕਾਰ ਹੁੰਦੇ ਦੇਖੋ ਆਪਣੀਆਂ ਅੱਖਾਂ ਸਾਹਮਣੇ। 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ। ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਵਿਦੇਸ਼ 'ਚ ਪੱਕਾ ਹੋਣਾ, ਜਾਦੂ ਟੋਣੇ ਤੇ ਕੀਤਾ ਕਿਰਾਇਆ ਦਾ ਖਾਤਮਾ, ਗੁਪਤ ਵਸ਼ੀਕਰਨ ਕਰਾਓ, ਮਨ ਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਸ਼ 'ਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੁੱਟੋ ਮੈਕਸ, ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ। ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਸੰਪਰਕ ਕਰੋ 76967 96275।